ਸਤਿ ਸ਼੍ਰੀ ਅਕਾਲ। ਲੋਕਰਾਣਾ ਤੇ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਸਾਹਿਬ। ਸੇਖੋਂ ਸਾਹਿਬ, ਸਵਾਗਤ ਹੈ ਤੁਹਾਡਾ ਜੀ। ਸ਼ੁਕਰੀਆ ਜੀ ਭੰਗੂ ਸਾਹਿਬ ਜੀ ਸੇਖੋਂ ਸਾਹਿਬ, ਤੁਸੀਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਇੱਕ ਆਪਣਾ ਤੁਸੀਂ ਅਧਿਐਨ ਕੀਤਾ ਸੀ, ਪੂਰੇ ਅੰਕੜੇ ਪੇਸ਼ ਕੀਤੇ। ਮੈਂ ਵੀ ਉਸ ਆਰਟੀਕਲ ਨੂੰ 2 ਤੋਂ 3 ਵਾਰ ਪੜ੍ਹ ਕੇ ਸਮਝਣ ਦੀ ਕੋਸ਼ਿਸ਼ ਕੀਤੀ। ਪੰਜਾਬ ਤੇ ਭਾਜਪਾ ਦੀ ਤੁਸੀਂ ਉਹਦੇ 'ਚ ਗੱਲ ਕੀਤੀ, ਖਾਸ ਕਰਕੇ ਜਦੋਂ ਜਿਹੜੇ ਅੱਜ ਦੇ ਸਮੇਂ ਦੀ ਰਾਜਨੀਤੀ ਹੈ, ਜਿੱਥੇ ਕਿ ਪੰਜਾਬ ਦੀ ਰਾਜਨੀਤੀ ਖੜੀ ਹੈ, ਜਿਸ ਤਰ੍ਹਾਂ ਡਿਵਾਈਡ ਹੋ ਗਿਆ ਸਾਰਾ ਕੁਝ। ਸ਼੍ਰੋਮਣੀ ਅਕਾਲੀ ਦਲ, ਖੇਤਰੀ ਪਾਰਟੀ, ਕਾਂਗਰਸ, ਆਪਸੀ ਕਲੇਸ਼ ਕਾਂਗਰਸ ਦਾ, ਦੂਜੇ ਪਾਸੇ ਭਾਜਪਾ ਦਾ ਉਭਾਰ, ਵੱਡੇ ਵੱਡੇ ਕਾਂਗਰਸੀ ਲੀਡਰ ਭਾਜਪਾ ਦੇ ਵਿੱਚ ਜਾ ਕੇ ਸ਼ਾਮਲ ਹੋਣਾ, ਆਮ ਆਦਮੀ ਪਾਰਟੀ ਨੂੰ 92 ਸੀਟਾਂ ਦੇਣ ਤੋਂ ਬਾਅਦ ਜਿਸ ਤਰ੍ਹਾਂ ਪੰਜਾਬੀਆਂ ਦਾ ਇੱਕ ਮੋਹ ਭੰਗ ਹੋ ਗਿਆ, ਮਨ ਪਿੱਛੇ ਹੋ ਗਿਆ ਉਹਨਾਂ ਤੋਂ। ਤੇ ਇਸ ਸਭ ਕਾਸੀ ਦੇ ਵਿਚਾਲੇ ਖਲਾਅ ਦੇ ਵਿੱਚ ਪੰਜਾਬ ਦੇ ਲੋਕ ਸੋਚਦੇ ਨੇ ਕਿ ਹੋ ਸਕਦਾ ਭਾਜਪਾ ਇਹਨਾਂ ਸਾਰਿਆਂ ਤੋਂ ਉੱਪਰ ਹੋਵੇ, 24 ਦੇ ਵਿੱਚ ਵੀ ਤੇ 27 ਦੇ ਵਿੱਚ ਵੀ। ਤੇ ਇੱਕ ਗੱਲ ਇਹ ਵੀ ਲੈ ਕੇ ਚੱਲਦੇ ਨੇ ਕਿ ਮੁਕਾਬਲਾ ਕੁਝ ਵੀ ਹੋਵੇ, ਭਾਵੇਂ ਇੰਡੀਪੈਂਡੈਂਟ ਤੌਰ ਤੇ ਭਾਜਪਾ ਸਟੈਂਡ ਕਰੇ, ਪਰ ਭਾਜਪਾ ਦਾ ਕਿਤੇ ਨਾ ਕਿਤੇ ਆਧਾਰ ਹੋਊਗਾ, ਭਾਜਪਾ ਟੱਕਰ ਦਊਗੀ। ਅੱਜ ਤੱਕ ਪੰਜਾਬ ਦੇ ਸਾਡੇ ਲੋਕ ਆਹ ਸੋਚਦੇ ਨੇ। ਤੇ ਇਸੇ ਵਿਸ਼ੇ ਤੇ ਸਾਡੀ ਗੱਲਬਾਤ ਹੋਊਗੀ ਕਿ ਭਾਜਪਾ ਦੀ ਜਿਹੜੀ ਪੰਜਾਬ ਦੀ ਸਥਿਤੀ ਹੈ ਰਾਜਨੀਤਿਕ, ਆਹ ਅੱਜ ਦੀ ਕੀ ਹੈ, ਅੱਗੇ ਕੀ ਹੋ ਸਕਦੀ ਹੈ, ਪੂਰਨ ਸੱਤਾ ਸਾਂਭ ਸਕਦੀ ਹੈ ਭਾਜਪਾ ਪੰਜਾਬ ਦੇ ਵਿੱਚ, ਅਲਾਇੰਸ ਦੇ ਵਿੱਚ ਆ ਸਕਦੇ ਨੇ, ਜਾਂ ਫਿਰ ਜਿਵੇਂ ਕਹਿੰਦੇ ਆ ਕਿ ਵਪਾਰਕ ਪਾਰਟੀ ਹੈ, ਪਿੰਡਾਂ ਦੇ ਵਿੱਚ ਆਧਾਰ ਨਹੀਂ ਹੈਗਾ, ਉੱਥੇ ਕੀ ਭਾਜਪਾ ਖੜੂਗੀ। ਸਾਰੀ ਸਵਾਲਾਂ ਤੇ ਆਪਾਂ ਗੱਲਬਾਤ ਕਰਾਂਗੇ। ਤੇ ਤੁਸੀਂ ਆਪਣੇ ਤਜਰਬੇ ਤੋਂ ਕਿਵੇਂ ਦੇਖਦੇ ਹੋ? ਤੁਸੀਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਆਰਟੀਕਲ ਲਿਖਿਆ, ਬੜਾ ਬਾਖੂਬੀ ਅੰਕੜਿਆਂ ਦੇ ਤਹਿਤ ਸਾਰਾ ਕੁਝ ਪੇਸ਼ ਕੀਤਾ ਉੱਥੇ। ਜਦੋਂ ਅਸੀਂ ਤੁਹਾਡੇ ਕੋਲੋਂ ਸਮਝਣ ਦਾ ਯਤਨ ਕਰਦੇ ਹਾਂ ਵੀ ਭਾਜਪਾ ਨੂੰ ਤੁਸੀਂ ਪੰਜਾਬ ਦੇ ਵਿੱਚ ਕਿੱਥੇ ਦੇਖਦੇ ਹੋ ਸੇਖੋਂ ਸਾਹਿਬ? ਭੰਗੂ ਸਾਹਿਬ, ਪਹਿਲੀ ਗੱਲ ਤਾਂ ਇਹ ਹੈਗਾ ਕਿ ਰਾਜਨੀਤੀ ਕਦੀ ਖਲਾਅ 'ਚ ਨਹੀਂ ਹੁੰਦੀ, ਵੈਕਿਊਮ 'ਚ ਨਹੀਂ ਹੁੰਦੀ। ਕੋਈ ਵੀ ਰਾਜਨੀਤੀ ਜਿਹੜੀ ਹੁੰਦੀ ਆ, ਜਾਂ ਮੌਜੂਦਾ ਰਾਜਨੀਤੀ ਜਿਹੜੀ ਹੈਗੀ ਆ, ਉਹ ਜਿਹੜੇ ਗਿਵਨ ਸਰਕਮਸਟੈਂਸਸ ਹੈਗੇ ਆ, ਗਿਵਨ ਸਿਚੁਏਸ਼ਨਸ ਹੈਗੀਆਂ ਵਾ, ਚਾਹੇ ਉਹ ਆਰਥਿਕ ਹੈ, ਸਮਾਜਿਕ ਹੈ, ਰਾਜਨੀਤਿਕ ਹੈ, ਧਾਰਮਿਕ ਹੈ, ਜਾਂ ਤੁਹਾਡਾ ਇਹ ਕਹਿ ਦਈਏ ਕਿ ਰੀਜਨਲ ਹੈ, ਉਹਦੇ ਵਿੱਚੋਂ ਇਵੋਲਵ ਹੁੰਦੀ ਆ। ਤੋ ਇਸ ਕਰਕੇ ਜੇ ਅਸੀਂ ਦੇਖਿਆ ਜਾਵੇ ਕਿ ਪੰਜਾਬ ਦੀ ਇਸ ਵੇਲੇ ਰਾਜਨੀਤਿਕ ਸਥਿਤੀ ਕੀ ਹੈਗੀ ਆ, ਕੁਝ ਗੱਲਾਂ ਦਾ ਤੁਸੀਂ ਰੈਫਰੈਂਸ ਦੇ ਦਿੱਤਾ। ਅਕਾਲੀ ਦਲ ਬਹੁਤ ਵੱਡੀ ਧਿਰ ਹੁੰਦੀ ਸੀਗੀ, ਡੋਮੀਨੈਂਟ ਧਿਰ ਹੁੰਦੀ ਸੀਗੀ, ਔਰ ਉਹ ਵੀ ਪਿਛਲੇ ਸਮੇਂ ਦੇ ਵਿੱਚੋਂ ਕਾਫੀ ਵੱਡਾ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ। ਉਹਦੀ ਲੀਡਰਸ਼ਿਪ ਬਹੁਤ ਵੱਡਾ ਕ੍ਰਾਈਸਿਸ ਹੈਗਾ। ਅਸੀਂ ਦੇਖਿਆ ਕਿ 2014 ਤੋਂ ਬਾਅਦ ਖਾਸ ਕਰਕੇ ਜਿੱਦਾਂ ਉਹ ਹਾਸ਼ੀਏ ਵਾਲੇ ਪਾਸੇ ਵੱਲ ਗਈ ਆ, ਤੇ 2022 ਤੱਕ ਆਉਂਦਿਆਂ ਉਹ ਬਿਲਕੁਲ ਹੀ ਜਿਹੜਾ ਹੈਗਾ, ਇੱਕ ਮੈਂ ਤਾਂ ਕਹੂੰਗਾ ਵੀ ਇਨਸਿਗਨੀਫਿਕੈਂਟ, 100 ਸਾਲ ਤੋਂ ਜ਼ਿਆਦਾ ਦੀ ਪਾਰਟੀ ਹੋਵੇ, ਬਹੁਤ ਸ਼ਾਨਾ ਮਤਾ ਇਤਿਹਾਸ ਹੋਵੇ ਦੇਸ਼ ਦੇ ਵਿੱਚ, ਪੰਜਾਬ ਦੇ ਵਿੱਚ, ਆਜ਼ਾਦੀ ਤੋਂ ਪਹਿਲਾਂ, ਆਜ਼ਾਦੀ ਤੋਂ ਬਾਅਦ, ਤੇ ਹੁਣ ਇਸ ਕਿਸਮ ਦੀ ਇੱਕ ਮੈਂ ਤਾਂ ਕਹੂੰਗਾ ਨਿਗੂਣੀ ਜਿਹੜੀ ਹੈਗੀ ਆ ਰਾਜਨੀਤਿਕ ਸਥਿਤੀ ਵਿੱਚ ਆ ਜਾਵੇ, ਇਹ ਆਪਣੇ ਆਪ ਦੇ ਵਿੱਚ ਇੱਕ ਵਰਤਾਰਾ ਹੈ, ਔਰ ਇਹ ਬਹੁਤ ਦੁਖਦਾਈ ਵਰਤਾਰਾ ਹੈ। ਇਹਨੂੰ ਭਾਣਾ ਨਹੀਂ ਕਹਿ ਸਕਦੇ ਆਪਾਂ। ਇਹ ਬੇਸਿਕਲੀ ਜਿਹੜੇ ਲੀਡਰ ਹੈਗੇ ਆ, ਜਾਂ ਜਿਹੜੀ ਲੀਡਰਸ਼ਿਪ ਹੈਗੀ ਆ, ਇਹ ਉਹ ਜ਼ਿੰਮੇਵਾਰ ਹੈਗੀ ਆ। ਉਹ ਜ਼ਿੰਮੇਵਾਰੀ ਲੈਂਦੀ ਨਹੀਂ ਲੈਂਦੀ, ਉਹ ਗੱਲ ਦੂਸਰੀ ਹੈਗੀ ਆ। ਉਹਨਾਂ ਨੇ ਕਮੇਟੀ ਵੀ ਬਣਾਈ ਸੀਗੀ, ਕਮੇਟੀ ਨੇ ਕੁਝ ਰਿਕਮੈਂਡੇਸ਼ਨ ਦਿੱਤੀਆਂ ਸੀਗੀਆਂ, ਪਰ ਉਹ ਰਿਕਮੈਂਡੇਸ਼ਨ ਜਿਹੜੀਆਂ ਹੈਗੀਆਂ ਉਸ ਤਰੀਕੇ ਦੇ ਨਾਲ ਲਾਗੂ ਨਹੀਂ ਹੋਈਆਂ, ਔਰ ਹੌਲੀ ਹੌਲੀ ਇਹ ਘਟਦਾ ਜਾ ਰਿਹਾ, ਕ੍ਰੈਡੀਬਿਲਿਟੀ ਲੂਜ਼ ਹੋ ਰਹੀ ਆ, ਕੋਈ ਦੁਬਾਰਾ ਉੱਭਰਨ ਦੇ ਚਾਂਸ ਅਜੇ ਨਹੀਂ ਮਿਲ ਰਹੇ। ਹੁਣ ਦੀ ਰਾਜਨੀਤੀ ਨਾ ਟਰਾਈ ਅਗੇਨ ਵਾਲੀ ਨਹੀਂ ਹੈ। ਇਹ ਨਹੀਂ ਹੈ ਕਿ ਅਸੀਂ ਇਹੀ ਗੁਣ ਗਾਉਂਦੇ ਰਹੀਏ ਕਿ ਸਾਡਾ ਇਤਿਹਾਸ ਬਹੁਤ ਵਧੀਆ ਸੀਗਾ, ਸਾਡੀ ਪਾਰਟੀ ਦਾ ਇਤਿਹਾਸ ਬਹੁਤ ਵਧੀਆ ਸੀ, ਉਹ 'ਚ ਬਹੁਤ ਵੱਡੇ ਵੱਡੇ ਲੀਡਰ ਸੀ। ਹਾਂ, ਵੱਡੇ ਵੱਡੇ ਲੀਡਰ ਸੀਗੇ ਜਿਹਦੇ ਕਰਕੇ ਪਾਰਟੀ ਵੱਡੀ ਸੀ, ਪਰ ਇਹ ਵੇਖਣ ਦੀ ਲੋੜ ਹੈ ਕਿ ਹੁਣ ਮੌਜੂਦਾ ਲੀਡਰਸ਼ਿਪ ਕੀ ਹੈ, ਉਹਨਾਂ ਦਾ ਏਜੰਡਾ ਕੀ ਹੈਗਾ, ਉਹਨਾਂ ਦੀ ਵਿਚਾਰਧਾਰਾ ਕੀ ਹੈਗੀ, ਉਹਨਾਂ ਦੀਆਂ ਪ੍ਰਾਇਰਟੀਜ਼ ਕੀ ਹੈਗੀਆਂ, ਉਹਨਾਂ ਦੀ ਕਮਿਟਮੈਂਟ ਕਿੰਨੀ ਹੈਗੀ ਆ, ਉਹਨਾਂ ਦੀ ਕਨਵਿਕਸ਼ਨ ਕਿੰਨੀ ਹੈਗੀ ਆ। ਇਹ ਸਾਰੇ ਸਵਾਲ ਖੜੇ ਹੁੰਦੇ ਆ। ਦੂਸਰੀ ਪਾਰਟੀ ਜਿਹੜੀ ਇੱਥੇ ਸੀਗੀ, ਆਪਾਂ ਦੇਖਿਆ ਕਿ ਕਾਂਗਰਸ ਪਾਰਟੀ ਸੀਗੀ। ਕਾਂਗਰਸ ਪਾਰਟੀ ਨੇ ਲੰਮਾ ਸਮਾਂ ਰਾਜ ਕੀਤਾ ਹੈਗਾ ਵਾ, ਘੱਟੋ ਘੱਟ ਮੇਰੇ ਖਿਆਲ ਤਕਰੀਬਨ ਜਿਹੜਾ ਹੈਗਾ ਜੇ ਲਾਇਆ ਜਾਵੇ ਕਿ 55 ਸਾਲ ਇਹਨਾਂ ਨੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹਨਾਂ ਨੇ ਰਾਜ ਕੀਤਾ ਹੈ। 67 ਤੋਂ 69 ਸਾਲ ਤੱਕ ਇਹ ਬਾਹਰ ਰਹੀ, 71 ਤੱਕ ਬਾਹਰ ਰਹੀ ਸੀਗੀ, ਮੁੜ ਕੇ 77 ਤੋਂ 80 ਤੱਕ ਬਾਹਰ ਰਹੀ ਸੀਗੀ, ਤੇ 97 ਤੋਂ ਬਾਅਦ ਇਹਨਾਂ ਨੇ 15 ਸਾਲ ਜਿਹੜਾ ਰਜੀਮ ਕੀਤਾ ਵਾ। ਤੇ ਕੁੱਲ ਮਿਲਾ ਕੇ ਕਾਂਗਰਸ ਨੇ ਜਿਹੜਾ 55 ਸਾਲ ਪੰਜਾਬ ਦੇ ਉੱਤੇ ਰੂਲ ਕੀਤਾ ਹੈ। ਔਰ ਇਹ ਪਾਰਟੀ ਇਸ ਵੇਲੇ ਅਸੀਂ ਦੇਖ ਰਹੇ ਹਾਂ ਵੀ ਕਿਸ ਤਰੀਕੇ ਨਾਲ ਖੰਡਿਤ ਹੋਈ ਆ, ਕਿਸ ਤਰੀਕੇ ਨਾਲ ਜੋ ਬਹੁਤ ਸਾਰੇ ਧੜੇ ਬਾਹਰ ਨਿਕਲ ਗਏ ਆ। ਨੈਸ਼ਨਲ ਲੈਵਲ ਦੇ ਉੱਤੇ ਪਾਰਟੀ ਲੀਡਰਸ਼ਿਪ ਵੀਕ ਹੋਈ ਆ। ਲਗਾਤਾਰ 2014 ਤੋਂ ਬਾਅਦ ਇਹ ਪਾਰਟੀ ਜਿਹੜੀ ਹੈਗੀ ਆ, ਇਹ ਵੀ ਹਾਸ਼ੀਏ ਵਾਲੇ ਪਾਸੇ ਜਾ ਰਹੀ ਆ। ਲਾਸਟ ਇਸ ਪਾਰਟੀ ਨੂੰ ਜਿਹੜੀ ਮੈਜੋਰਟੀ ਮਿਲੀ ਸੀ ਉਹ 1984 ਦੇ ਵਿੱਚ ਮਿਲੀ ਸੀ ਨੈਸ਼ਨਲ ਲੈਵਲ ਦੇ ਉੱਤੇ।
ਔਰ ਉਸ ਤੋਂ ਬਾਅਦ ਇਹ ਅਲਾਇੰਸ ਦੇ ਨਾਲ ਹੀ ਚੱਲਦੀ ਆ, ਚਾਹੇ 92 91 ਸਰਕਾਰ ਬਣਾਈ ਸੀਗੀ, ਚਾਹੇ 2004 ਚ ਬਣਾਈ ਸੀ, 2009 ਦੇ ਵਿੱਚ ਬਣਾਈ ਸੀ, ਇਹ ਪਾਸਾ ਇਹਦਾ ਹੋ ਗਿਆ। ਹਾਂ ਠੀਕ ਆ, ਸਟੇਟ ਦੇ ਵਿੱਚ ਇਹਨੇ 92 ਦੇ ਵਿੱਚ ਵੀ ਪੂਰੀ ਮੈਜੋਰਟੀ ਨਾਲ ਸਰਕਾਰ ਬਣਾਈ ਸੀਗੀ, 2 ਚ ਵੀ ਬਣਾਈ ਸੀਗੀ, ਜਾਂ 17 ਦੇ ਵਿੱਚ ਬਣਾਈ ਸੀਗੀ। ਪਰ ਇਹਦੇ ਵੀ ਜਿਹੜੇ ਖਾਸ ਕਰਕੇ ਰਜੀਮ ਦੇ ਵਿੱਚ ਕੋਈ ਉਸ ਕਿਸਮ ਦਾ ਹੰਗਾਰਾ ਜਾਂ ਉਸ ਕਿਸਮ ਦਾ ਲੋਕ ਭਲਾਈ ਵਾਲੇ ਕੰਮ ਜਿਹੜੇ ਆ ਉਹ ਇਹਦਾ ਏਜੰਡਾ ਨਹੀਂ ਰਹੇ। ਖਾਸ ਕਰਕੇ ਜਿਹੜੇ ਪਿਛਲੇ 5 ਸਾਲ ਨੂੰ ਦੇਖਿਆ ਜਾਵੇ ਤੇ ਉਹਦੇ ਵਿੱਚ ਇਹਨੇ ਵੀ ਲੋਕਾਂ ਨੂੰ ਹੀ ਉਦਾਸ ਕੀਤਾ। ਬੀਜੇਪੀ ਜਿਹੜੀ ਪਹਿਲਾਂ ਜਨਸੰਘ ਹੁੰਦੀ ਸੀ 1980 ਤੋਂ ਪਹਿਲਾਂ, ਇਹ ਹਮੇਸ਼ਾ ਸਟਰਗਲ ਕਰਦੀ ਰਹੀ ਸੀ, ਪਰ ਲੋਕਾਂ ਨੇ ਕੋਈ ਨੂੰ ਬਹੁਤਾ ਜ਼ਿਆਦਾ ਰਿਸਪੌਂਸ ਨਹੀਂ ਸੀ ਦਿੱਤਾ, ਕਿਉਂਕਿ ਇਹਦੇ ਰਸਤੇ ਦੇ ਵਿੱਚ ਕਾਂਗਰਸ ਇੱਕ ਦੀਵਾਰ ਬਣ ਕੇ ਖੜੀ ਸੀ। ਕਾਂਗਰਸ ਨੇ ਹਰ ਧਰਮ ਨੂੰ, ਹਰ ਫਿਰਕੇ ਨੂੰ, ਤਕਰੀਬਨ ਹਰ ਵਿਚਾਰਧਾਰਾ ਨੂੰ, ਚਾਹੇ ਉਹ ਕੋਈ ਲੈਫਟ ਵਾਲੇ ਪਾਸੇ ਹੈਗੀ, ਸੈਂਟਰ ਆਫ ਦਾ ਲੈਫਟ ਹੈਗਾ ਵਾ, ਚਾਹੇ ਉਹ ਥੋੜਾ ਜਿਹਾ ਸੈਂਟਰ ਦੇ ਵਿੱਚ ਵੀ ਹੈਗਾ, ਇਹ ਨਹੀਂ ਵੀ ਕਾਂਗਰਸੀ ਬਿਲਕੁਲ ਜਿਹੜੀ ਸੀਗੀ ਉਹ ਬਹੁਤ ਧਰਮ ਨਿਰਪੱਖ ਸੀਗੀ। ਕਾਂਗਰਸ ਵੀ ਕਮਿਊਨਲ ਰੋਲ ਪਲੇ ਕਰਦੀ ਰਹੀ ਹੈ, ਕਾਂਗਰਸ ਵੀ ਹਿੰਦੂਤਵ ਦਾ ਰੋਲ ਪਲੇ ਕਰਦੀ ਰਹੀ ਆ, ਪਰ ਉਹਦਾ ਹਿੰਦੂਤਵ ਇੰਨਾ ਕਲੀਅਰ ਨਹੀਂ ਸੀ ਹੁੰਦਾ, ਉਹਨੂੰ ਸਮਝਣਾ ਬਹੁਤ ਔਖਾ ਸੀ। ਜਿੱਦਾਂ ਹੁਣ ਬੀਜੇਪੀ ਦਾ ਜਿਹੜਾ ਹਿੰਦੂਤਵ ਆ ਉਹ ਤੇ ਸਮਝਣਾ ਸਾਨੂੰ ਸਾਰਿਆਂ ਨੂੰ ਬਹੁਤ ਸੌਖਾ ਹੈ ਇਸ ਵੇਲੇ। ਤੋ ਇਸ ਕਰਕੇ ਪਿਛਲੇ ਲੰਮੇ ਸਮੇਂ ਤੋਂ 30 ਸਾਲਾਂ ਤੋਂ ਤੁਹਾਡੇ ਸਮੱਸਿਆ ਵਧੀ ਜਾ ਰਹੀ ਹੈ, ਦਿਨ ਬ ਦਿਨ ਪੰਜਾਬ ਦੇ ਵਿੱਚ ਕੋਈ ਰਿਜ਼ੋਲਵ ਨਹੀਂ ਹੋ ਰਿਹਾ। ਖਾਸ ਕਰਕੇ ਜਿਹੜੇ ਪਿਛਲੇ 30 ਸਾਲ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਰਾਜ ਕੀਤਾ ਹੈ, ਜਾਂ ਜਿਹੜੀਆਂ ਪਾਰਟੀਆਂ ਹੈਗੀਆਂ ਸੀ, ਇਹਨਾਂ ਦੇ ਕੰਮ ਕਰਨ ਦੇ ਤਰੀਕੇ ਦੇ ਵਿੱਚ ਜਾਂ ਇਹਨਾਂ ਦੀ ਜਿਹੜੀਆਂ ਨੀਤੀਆਂ ਦੇ ਵਿੱਚ ਕੋਈ ਬਹੁਤ ਜ਼ਿਆਦਾ ਵੱਡਾ ਫਰਕ ਨਹੀਂ ਸੀ। ਫਰਕ ਥੋੜਾ ਬਹੁਤਾ ਨਾਂ ਦਾ ਹੀ ਸੀ ਵੀ ਇੱਕ ਅਕਾਲੀ ਪਾਰਟੀ ਹੈ, ਕਾਂਗਰਸੀ ਪਾਰਟੀ ਹੈ। ਇਹ ਜੇ ਪੰਜਾਬੀ 'ਚ ਕਿਹਾ ਜਾਵੇ ਕਿ ਸਾਰੇ ਇੱਕੇ ਥੈਲੀ ਦੇ ਜਿਹੜੇ ਸੀਗੇ ਉਹ ਹੈਗੇ ਸੀਗੇ। ਵਿਚਾਰਧਾਰਾ ਇੱਕ ਸੀਗੀ, ਕਲਾਸ ਇੱਕ ਸੀਗੀ, ਕਾਸਟ ਇੱਕ ਸੀਗੀ, ਏਜੰਡਾ ਇੱਕ ਸੀਗਾ, ਸਾਰਾ ਕੁਝ ਇਹ ਸੀਗਾ, ਜਿਹਦੇ ਵਿੱਚੋਂ ਆਣ ਕੇ 2022 ਦੇ ਵਿੱਚ ਲੋਕਾਂ ਨੇ ਸਤਿਆਂ ਨੇ, ਦੁਖੀ ਹੋਇਆ ਨੇ ਇਹਨਾਂ ਨੂੰ ਲਾਂਭੇ ਕਰਕੇ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੀ ਜਿੱਤ ਦਿੱਤੀ ਆ। ਪਰ ਜਦੋਂ ਆਮ ਆਦਮੀ ਪਾਰਟੀ ਤਾਕਤ ਦੇ ਵਿੱਚ ਆਉਂਦੀ ਆ, ਪੰਜਾਬ ਦੀਆਂ ਢਾਂਚਾਗਤ ਸਮੱਸਿਆਵਾਂ ਬਹੁਤ ਵੱਧ ਜਾਂਦੀਆਂ। ਠੀਕ ਆ, ਉਹਨਾਂ ਨੇ ਬਹੁਤ ਲੋਕਾਂ ਨੂੰ ਲਾਰੇ ਲਾਏ ਆ, ਬਹੁਤ ਲੋਕਾਂ ਦੀਆਂ ਐਸਪੀਰੇਸ਼ਨਸ ਰੇਜ਼ ਕੀਤੀਆਂ ਹੈਗੀਆਂ, ਔਰ ਬਹੁਤ ਸਾਰਾ ਲੋਕਾਂ ਨੂੰ ਆਸ ਵੀ ਸੀਗੀ। ਪਰ ਉਹ ਆਸ ਜਿਹੜੀ ਲੋਕਾਂ ਦੀ ਆਸ ਸੀ ਤੇ ਜਿਹੜੀ ਉਹਨਾਂ ਦੀ ਪਰਫਾਰਮੈਂਸ ਆ, ਜਿਹੜੀ ਨਾ ਇੱਕ ਵੈਲਿਊ ਐਕਸਪੈਕਟੇਸ਼ਨ ਹੁੰਦੀਆਂ, ਲੋਕਾਂ ਦੀਆਂ ਐਕਸਪੈਕਟੇਸ਼ਨ ਬਹੁਤ ਜ਼ਿਆਦੀਆਂ, ਇੱਕ ਕੈਪੇਬਿਲਿਟੀ ਹੁੰਦੀ ਆ, ਸਰਕਾਰ ਦੀ ਕੈਪੇਬਿਲਿਟੀ ਕਿੰਨੀ, ਉਹਦੀ ਕੈਪੈਸਿਟੀ ਹੈਗੀ ਆ, ਤੇ ਇੱਕ ਸਟੇਟ ਦੀ ਕੈਪੇਬਿਲਿਟੀ ਕਿੰਨੀ ਹੈਗੀ ਆ, ਇਹਨਾਂ ਦੇ ਵਿੱਚ ਜਿਹੜਾ ਮਿਸਮੈਚ ਹੋਈ ਜਾਂਦਾ। ਔਰ ਇਸੇ ਕਰਕੇ ਸਾਨੂੰ ਲੱਗਦਾ ਵੀ ਹੁਣ ਵੱਖਰੇ ਵੱਖਰੇ ਕਿਸਮ ਦੀਆਂ ਆਵਾਜ਼ਾਂ ਉੱਠਦੀਆਂ, ਭਾਵੇਂ ਕਿ ਇਸ ਪਾਰਟੀ ਨੇ ਦੂਸਰੀਆਂ ਪਾਰਟੀਆਂ ਦੇ ਮੁਕਾਬਲੇ ਕੁਝ ਮੁੱਦਿਆਂ ਦੇ ਉੱਤੇ, ਰਿਸ਼ਵਤਖੋਰੀ ਦਾ ਮੁੱਦਾ ਸੀਗਾ, ਜਾਂ ਟਰਾਂਸਪੇਰੈਂਸੀ ਵਾਲੀ ਗੱਲ ਹੈਗੀ ਸੀਗੀ, ਜਾਂ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਹੈਗਾ ਲੋਕਾਂ ਨੂੰ ਥੋੜਾ ਬਹੁਤਾ ਐਮਪਾਵਰ ਕਰਨ ਵਾਲੀ ਗੱਲ ਸੀ, ਜਾਂ ਜਿਹੜੀਆਂ ਕੁਝ ਮੰਗਾਂ ਮੰਨਣ ਵਾਲੀ ਗੱਲ ਵੀ ਹੈਗੀ ਸੀ। ਖਾਸ ਕਰਕੇ ਕਰਮਚਾਰੀਆਂ ਦੀਆਂ ਮੰਗਾਂ ਜਿਹੜੀਆਂ ਸੀ ਉਹਨਾਂ ਨੂੰ ਮੰਗਣ ਵਾਲੀ ਗੱਲ ਕੀਤੀ ਸੀਗੀ, ਜਾਂ ਹੋਰ ਇਸ ਕਿਸਮ ਦੇ ਥੋੜੇ ਬਹੁਤੇ ਕੰਮ ਸ਼ੁਰੂ ਕੀਤੇ ਆ, ਪਰ ਉਹ ਲੋਕਾਂ ਦੀਆਂ ਆਸ਼ਾਵਾਂ ਦੇ ਇਹਨਾਂ ਬਰਾਬਰ ਨਹੀਂ ਹੈਗੇ, ਕਿਉਂਕਿ ਐਕਸਪੈਕਟੇਸ਼ਨ ਬਹੁਤ ਹਾਈ ਹੋ ਗਈਆਂ ਸੀ ਜਿਸ ਕਿਸਮ ਦਾ ਏਜੰਡਾ ਲੈ ਕੇ ਆਏ ਸੀਗੇ, ਜਾਂ ਜਿਸ ਕਿਸਮ ਦੀਆਂ ਇਹਨਾਂ ਨੇ ਲੋਕਾਂ ਨੂੰ ਵਾਅਦੇ ਕੀਤੇ ਸੀ। ਹੁਣ ਹੋ ਕੀ ਰਿਹਾ ਕਿ ਤੁਸੀਂ ਦੇਖਿਆ ਹੋਣਾ ਕਿ 3 ਮਹੀਨਿਆਂ ਬਾਅਦ ਸੰਗਰੂਰ ਦੀ ਇਲੈਕਸ਼ਨ ਹੋਈ ਸੀਗੀ, ਤੇ ਸੰਗਰੂਰ ਦੀ ਇਲੈਕਸ਼ਨ ਦੇ ਵਿੱਚ ਲੋਕਾਂ ਨੇ ਅਨਐਕਸਪੈਕਟਡਲੀ ਜਿਹੜਾ ਹੈਗਾ ਇੱਕ ਉਹ ਰਸਤਾ, ਇੱਕ ਉਹਨੂੰ ਵੋਟ ਪਾਤੀ ਜਿਹੜਾ ਤੁਸੀਂ ਸੋਚਦੇ ਨਹੀਂ ਸੀ ਹੋ ਸਕਦੇ, ਪਰ ਨਾਲ ਨਾਲ ਉਹਨਾਂ ਨੇ ਇਹ ਵੱਡੀਆਂ ਪਾਰਟੀਆਂ ਨੂੰ ਰਿਜੈਕਟ ਕਰਕੇ ਰੱਖ ਦਿੱਤਾ। ਹੁਣ ਆਪਾਂ ਆ ਜਾਈਏ ਬੀਜੇਪੀ ਦੇ ਉੱਤੇ, ਕਿਉਂਕਿ ਜਿਸ ਤਰੀਕੇ ਨਾਲ ਬੀਜੇਪੀ ਪਿਛਲੇ ਸਮੇਂ ਤੋਂ ਲਾਮਬੰਦੀ ਕਰ ਰਹੀ ਆ, ਮੈਂ ਨਹੀਂ ਕਹਿੰਦਾ ਕਿ ਲੋਕੀ ਲੀਡਰਾਂ ਨੂੰ ਵੇਖ ਕੇ ਵੋਟਾਂ ਪਾਉਂਦੇ ਆ, ਜਿਹੜੇ ਉਹਦੇ ਵਿੱਚ ਲੀਡਰ ਕਾਂਗਰਸ ਦੇ ਗਏ ਆ ਉਹ ਸਭ ਨੂੰ ਪਤਾ ਵੀ ਉਹਨਾਂ ਨੇ ਕੀ ਕੰਮ ਕੀਤਾ, ਉਹ ਕਿਸ ਕਿਸਮ ਦੇ ਲੋਕ ਸੀਗੇ, ਜਾਂ ਕਿਸ ਤਰੀਕੇ ਨਾਲ ਲੋਕਾਂ ਨੇ ਉਹਨਾਂ ਨੂੰ ਰਿਜੈਕਟ ਕੀਤਾ ਸੀਗਾ। ਪਰ ਫਰਕ ਇਹ ਪੈਂਦਾ ਵਾ ਕਿ ਜਿਸ ਤਰੀਕੇ ਨਾਲ ਉਹਨਾਂ ਕੋਲ ਤਾਣਾ ਬਾਣਾ ਹੈ, ਜਿਸ ਕਿਸਮ ਦੀ ਉਹਨਾਂ ਕੋਲ ਸ਼ਕਤੀ ਹੈ, ਜਿਸ ਕਿਸਮ ਦੀ ਉਹਨਾਂ ਕੋਲ ਰਿਸੋਰਸਿਸ ਹੈ, ਜਾਂ ਜੇ ਖੁਦਾ ਨਾ ਖਾਸਤਾ ਇਹ ਜਿਹੜੀ ਮੌਜੂਦਾ ਸਰਕਾਰ ਹੈਗੀ ਆ ਲੋਕਾਂ ਦੀਆਂ ਐਕਸਪੈਕਟੇਸ਼ਨ ਤੇ ਨਹੀਂ ਆਉਂਦੀ, ਜਾਂ ਆਪਣੇ ਕ੍ਰਾਈਸਿਸ ਫਸ ਜਾਂਦੀ ਆ, ਇਕਨੋਮਿਕ ਕ੍ਰਾਈਸਿਸ ਹੈਗਾ, ਤੁਹਾਡਾ ਦਿਨੋਂ ਦਿਨ ਸਬਸਿਡੀ ਵੱਧਦੀ ਜਾ ਰਹੀ ਆ, ਹੁਣੇ ਵੀ ਪਤਾ ਲੱਗਾ ਵੀ ਓਵਰਡਰਾਫਟਿੰਗ ਬਹੁਤ ਕਰ ਰਹੇ ਆ, ਜਾਂ ਇਸੇ ਤਰੀਕੇ ਦੇ ਨਾਲ ਜਿਹੜਾ ਹੋਰ ਸਮੱਸਿਆ ਜਿਹੜੀ ਕੋਸ਼ਿਸ਼ ਤਾਂ ਕਰ ਰਹੇ ਆ ਕਿ ਲਾਅ ਐਂਡ ਆਰਡਰ ਨੂੰ ਕਿੱਦਾਂ ਮੇਨਟੇਨ ਕੀਤਾ ਜਾਵੇ, ਪਰ ਲਾਅ ਐਂਡ ਆਰਡਰ ਇੱਕ ਸੋਸ਼ਲ ਸਮੱਸਿਆ ਬਣ ਗਈ ਆ, ਨਸ਼ਾ ਇੱਕ ਬਹੁਤ ਵੱਡੀ ਸੋਸ਼ਲ ਸਮੱਸਿਆ ਬਣ ਗਈ ਆ, ਜਾਂ ਬੇਰੁਜ਼ਗਾਰੀ ਜਿਹੜੀ ਰਾਤੋਂ ਰਾਤ ਖਤਮ ਹੋਣ ਵਾਲਾ ਕੰਮ ਕੋਈ ਹੈ ਨਹੀਂ ਉਹਦੇ ਵਿੱਚੋਂ, ਇਸ ਕਰਕੇ ਤੇ ਲੋਕੀ ਕਿਉਂਕਿ ਜ਼ਿਆਦਾ ਉਹਨਾਂ ਕੋਲ ਹੁਣ ਉਸ ਕਿਸਮ ਦੀ ਮੈਂ ਕਹੂੰਗਾ ਕਿ ਪੇਸ਼ੈਂਸ ਨਹੀਂ ਹੈਗੀ। ਲੋਕੀ ਜਿਹੜੇ ਹੈਗੇ ਆ ਉਹ ਨਵੇਂ ਐਕਸਪੈਰੀਮੈਂਟ ਕਰਨ ਨੂੰ ਤਿਆਰ ਰਹਿੰਦੇ ਆ, ਤੇ ਜੇ ਉਹ ਨਵੇਂ ਐਕਸਪੈਰੀਮੈਂਟ ਕਰਦੇ ਆ ਤਾਂ ਕਿਹੜੇ ਪਾਸੇ ਜਾਣਗੇ, ਵੱਡਾ ਸਵਾਲ ਹੈ। ਇਹ ਠੀਕ ਆ ਕਿ ਤੁਹਾਨੂੰ ਸਾਨੂੰ ਇਹ ਲੱਗਦਾ ਕਿ ਲੋਕੀ ਬੀਜੇਪੀ ਵਾਲੇ ਪਾਸੇ ਨਹੀਂ ਆਉਣਗੇ, ਪਰ ਬੀਜੇਪੀ ਦੀ ਜਿਹੜੀ ਰਾਜਨੀਤੀ ਹੈਗੀ ਆ ਕਿ ਕਿਸ ਤਰੀਕੇ ਨਾਲ ਰਿਲੀਜਨ ਦੇ ਤੌਰ ਦੇ ਉੱਤੇ, ਜਾਂ
ਹੋਰ ਜਾਤਾਂ ਦੇ ਤੌਰ ਦੇ ਉੱਤੇ ਜਿਸ ਕਿਸਮ ਦਾ ਆਈਡੀਆ ਉਹ ਲੋਕਾਂ 'ਚ ਪਹੁੰਚਾ ਸਕਦੇ। ਲੈਟਸ ਹਾਈਪੋਥੈਟਿਕਲੀ ਮੈਂ ਬਹੁਤ ਕਲੀਅਰ ਗੱਲ ਕਹਿਣਾ, ਕੱਲ ਨੂੰ ਜੇ ਗੱਲ ਇਹ ਹਿੰਦੂ ਭਾਈਚਾਰੇ ਦੇ ਮਨ ਨੂੰ ਅਪੀਲ ਕਰ ਜਾਂਦੀ ਆ ਕਿ ਦੇਖੋ ਬਈ ਸਾਡਾ ਕੋਈ ਮੁੱਖ ਮੰਤਰੀ ਬਣ ਜਾਂਦਾ, ਵੋਟਾਂ ਹੀ ਪਾਉਣੀਆਂ ਨਾ, ਕਿਉਂਕਿ ਜਿਹੜਾ ਡੈਮੋਗ੍ਰਾਫਿਕ ਸਟਰਕਚਰ ਸਾਡਾ ਇੰਨਾ ਡੈਲੀਕੇਟ ਹੋ ਗਿਆ ਹੈ ਕਿ ਧਰਮ ਦੇ ਆਧਾਰ ਤੇ, ਕਿਉਂਕਿ ਧਰਮ ਪੰਜਾਬ ਦੀ ਰਾਜਨੀਤੀ ਦੇ ਵਿੱਚ ਦਿਨ ਖਾਸ ਕਰਕੇ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਇੱਕ ਬਹੁਤ ਵੱਡੀ ਸਿਆਸਤ ਦਾ ਹਿੱਸਾ ਰਿਹਾ। ਧਾਰਮਿਕ ਤੌਰ ਤੇ ਜਥੇਬੰਦੀਆਂ ਬਣੀਆਂ, ਸਿੱਖਾਂ ਨੇ ਵੀ ਆਪਣੀ ਬਣਾ ਲਈ, ਸਿੰਘ ਸਭਾ ਬਣ ਗਈ, ਆਰੀਆ ਸਮਾਜ ਆ ਗਈ, ਤੇ ਬਾਅਦ 'ਚ ਮੁਸਲਿਮ ਲੀਗ ਵੀ ਆ ਗਈ, ਪੰਜਾਬ ਦੀ ਡਿਵੀਜ਼ਨ ਵੀ ਹੋਈ। ਪਾਰਟੀਸ਼ਨ ਤੋਂ ਬਾਅਦ ਵੀ ਜਿਹੜੀ ਪੰਜਾਬੀ ਸੂਬੇ ਦੀ ਲੜਾਈ ਦੇ ਵਿੱਚ ਭਾਵੇਂ ਉਹ ਪੰਜਾਬੀ ਵਰਡ ਸੀਗਾ ਬੋਲੀ ਦਾ, ਪਰ ਧਰਮ ਦਾ ਬਹੁਤ ਵੱਡਾ ਰੋਲ ਉਹਦੇ ਵਿੱਚ ਰਿਹਾ। ਅਕਾਲੀ ਦਲ ਨੇ ਕੁਝ ਹੱਦ ਤੱਕ ਇਹਨੂੰ ਥੋੜਾ ਮੈਨੇਜ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਇਹ ਕਾਂਗਰਸ ਦੇ ਖਿਲਾਫ ਸੀਗਾ। ਐਨਮੀ ਫਰੰਟ ਵਾਲੀ ਗੱਲ ਹੋ ਜਾਂਦੀ ਆ। ਜਨਸੰਘ ਕਦੀ ਵੀ ਕਾਂਗਰਸ ਦੇ ਨਾਲ ਨਹੀਂ ਆਇਆ, ਚਾਹੇ 52 ਸੀ, ਚਾਹੇ ਬਾਅਦ ਦੇ ਵਿੱਚ ਕ੍ਰਿਟਿਕ ਰਿਹਾ ਉਹਦਾ ਬਹੁਤ। ਅਕਾਲੀ ਦਲ ਵੀ ਕਾਂਗਰਸ ਦੇ ਜਿਹੜਾ ਖਿਲਾਫ ਸੀਗਾ। ਇਸ ਕਰਕੇ ਇਹ ਦੋਨੋਂ ਇੱਕ ਮੈਰਿਜ ਆਫ ਜਿਹੜੀ ਕਨਵੀਨੀਅੰਸ ਸੀਗੀ, ਇੱਕ ਪੋਲੀਟੀਕਲ ਕਨਵੀਨੀਅੰਸ ਸੀ, ਜਿਹਦੀ ਵਜ੍ਹਾ ਕਰਕੇ ਇਹਨਾਂ ਦੀ ਇੱਕ ਅੰਡਰਸਟੈਂਡਿੰਗ ਸੀਗੀ ਅਕਾਲੀ ਤੇ ਆਪਣੀ ਬੀਜੇਪੀ ਦੀ, ਜਿਹੜੀ ਪਿਛਲੇ ਸਮੇਂ ਦੇ ਵਿੱਚ ਖਾਸ ਕਰਕੇ ਕਿਸਾਨ ਅੰਦੋਲਨ ਤੋਂ ਬਾਅਦ ਜਾਂ 2022 ਦੀ ਇਲੈਕਸ਼ਨ 'ਚ ਆਪਾਂ ਦੇਖਿਆ ਕਿ ਉਹ ਟੁੱਟ ਗਿਆ ਔਰ ਉਹ ਬਾਹਰ ਹੋ ਗਏ। ਔਰ ਦੇਖਿਆ ਜਾਵੇ, ਜੇ ਤੁਸੀਂ ਦੇਖੋ ਕਿ 2007 ਦੇ ਵਿੱਚ ਬੀਜੇਪੀ ਦੀ ਜਿਹੜਾ ਸਟ੍ਰਾਈਕ ਰੇਟ ਸੀਗਾ ਉਹ ਬਹੁਤ ਹਾਈਐਸਟ ਸੀ। 23 ਸੀਟਾਂ 'ਚ ਉਹਨੇ 19 ਸੀਟਾਂ ਜਿੱਤੀਆਂ ਸੀਗੀਆਂ। 2097 ਦੇ ਵਿੱਚ ਉਹਨੇ 22 ਸੀਟਾਂ ਦੇ ਵਿੱਚੋਂ 18 ਸੀਟਾਂ ਜਿੱਤੀਆਂ ਸੀ। ਜੇ ਬੀਜੇਪੀ ਇਦਾਂ ਦੀ ਗੇਮ ਖੇਡਦੀ ਆ, ਕਿਉਂਕਿ ਬੀਜੇਪੀ ਕੋਲ ਸਾਧਨ ਬਹੁਤ ਜ਼ਿਆਦਾ ਹੈ, ਜਥੇਬੰਦੀਆਂ ਬਹੁਤ ਜ਼ਿਆਦੀਆਂ ਹੈਗੀਆਂ ਵਾ, ਜਾਂ ਜੇ ਉਹ ਕਿਸੇ ਤਰੀਕੇ ਨਾਲ ਲੋਕਾਂ ਨੂੰ ਆਪਣੇ ਖਾਸ ਕਰਕੇ ਘੱਟ ਜਿਹੜਾ ਭਾਈਚਾਰਾ ਉਹਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰਦੀ ਆ ਕਿ ਤੁਹਾਡਾ ਵੀ ਮੁੱਖ ਮੰਤਰੀ ਕਿਉਂ ਨਹੀਂ ਬਣ ਸਕਦਾ, ਪੰਜਾਬ ਨੂੰ ਕਿਉਂ ਨਹੀਂ ਲੀਡ ਕਰ ਸਕਦਾ। ਦੂਸਰੇ ਪਾਸੇ ਇੱਕ ਹਿੱਸਾ ਤਾਂ ਹੈਗਾ ਹੀ ਹੈ, ਜਿੱਦਾਂ ਕਾਂਗਰਸੀਆਂ ਦੇ ਉਹਨਾਂ ਕੋਲ ਬਹੁਤ ਬੰਦੇ ਚਲੇ ਗਏ ਆ। ਮੈਂ ਤੇ ਇਹ ਵੀ ਦੇਖ ਰਿਹਾ ਸੀ ਵੀ ਟੌੜਾ ਸਾਹਿਬ ਦੇ ਪਰਿਵਾਰ ਦੇ ਵਿੱਚੋਂ ਵੀ ਕੁਝ ਲੋਕ ਸ਼ਾਇਦ ਉਹਨਾਂ ਦੇ ਨਾਲ ਜਿਹੜੇ ਹੈਗੇ ਬੀਜੇਪੀ ਨੂੰ ਜੁਆਇਨ ਕਰ ਗਿਆ। ਤਾਂ ਸਾਰੇ ਹਾਲਾਤ ਦੱਸਦੇ ਆ ਕਿ ਲੋਕ ਚਾਹਣ ਜਾਂ ਨਾ ਚਾਹਣ, ਪਰ ਰਾਜਨੀਤੀ ਦੇ ਵਿੱਚ ਨੰਬਰ ਬਹੁਤ ਮੈਟਰ ਕਰਦਾ ਹੈ। ਜੇ ਨੰਬਰ ਨੂੰ ਉਹ ਮੈਨੇਜ ਕਰ ਲੈਂਦੇ ਆ ਤੇ ਫਿਰ ਉਹ ਤਾਕਤ ਤਾਂ ਵੱਡੀ ਇਮਰਜ ਹੋ ਹੀ ਸਕਦੀ ਆ। ਜੀ ਸੇਖੋਂ ਸਾਹਿਬ, ਕਿਸਾਨੀ ਵੋਟ ਬੈਂਕ ਵੀ ਤਾਂ ਹੈਗਾ ਪੰਜਾਬ ਦੇ ਵਿੱਚ। ਕਿਸਾਨੀ ਵੋਟ ਬੈਂਕ ਤੁਹਾਨੂੰ ਲੱਗਦਾ ਕਿ ਤੁਰੂਗਾ ਨਾਲ ਭਾਜਪਾ ਦੇ? ਕਿਸਾਨੀ ਵੋਟ ਬੈਂਕ ਦੇ ਵਿੱਚ ਇੱਕ ਜਿਹੜਾ ਹੈਗਾ, ਜਿਹੜਾ ਜਿੰਨਾ ਪਰਸੈਂਟੇਜ ਹੈ ਕਿਸਾਨੀ ਵੋਟ ਬੈਂਕ ਦਾ, ਉਹ ਹੁੰਦੇ ਅੰਕੜੇ ਦੱਸਣਗੇ। ਇਹ ਇਕੱਲਾ ਕਿਸਾਨੀ ਵੋਟ ਬੈਂਕ ਕਿਸੇ ਸਰਕਾਰ ਨੂੰ ਨਾ ਤਾਂ ਬਣਾ ਹੀ ਸਕਦਾ ਵਾ, ਨਾ ਕਿਸੇ ਨੂੰ ਰੋਕ ਸਕਦਾ। ਕਿਸਾਨੀ ਦੇ ਵਿੱਚ ਵੀ ਜਿਹੜਾ ਖਾਸ ਕਰਕੇ ਹਿੰਦੂ ਜਾਟ ਜਾਂ ਹਿੰਦੂ ਜਿਹੜਾ ਵਾ ਕਿਸਾਨ ਵੀ ਹੈਗਾ। ਜੇ ਤੁਸੀਂ ਫਾਜ਼ਿਲਕਾ ਅਬੋਹਰ ਵਾਲੇ ਪਾਸੇ ਵੱਲ ਚਲੇ ਜਾਓ, ਤੁਸੀਂ ਪਠਾਨਕੋਟ ਵਾਲੇ ਪਾਸੇ ਚਲੇ ਜਾਓ, ਤੁਸੀਂ ਆਪਣਾ ਜਿਹੜਾ ਹੁਸ਼ਿਆਰਪੁਰ ਵਾਲੇ ਪਾਸੇ ਵਾਲੇ ਚਲੇ ਜਾਓ, ਉਹਦੇ ਵਿੱਚ ਇਹ ਹਿੰਦੂ ਭਾਈਚਾਰੇ ਵਾਲਾ ਵੀ ਜਿਹੜਾ ਵੋਟ ਇਹਦੇ ਵਿੱਚ ਹੈਗਾ। ਸੋ ਇਹ ਇਕੱਲੀ ਕਿਸਾਨੀ ਦੀ ਜ਼ਿੰਮੇਵਾਰੀ ਨਹੀਂ ਹੈ ਕਿ ਇਹਨੂੰ ਕਿੱਦਾਂ ਰੋਕਣਾ ਹੈ ਜਾਂ ਕਿੱਦਾਂ ਕਰਨਾ ਹੈ। ਕਿਸਾਨ ਤਾਂ ਇੱਕ ਆਪਣੇ ਤੌਰ ਤੇ ਫਾਈਟ ਦੇ ਰਹੇ ਆ। ਇਲੈਕਸ਼ਨਸ ਦੇ ਵਿੱਚ ਨੰਬਰ ਕਾਊਂਟ ਕਰਦਾ ਗੁਰਜਿੰਦਰ ਜੀ। ਦਲਿਤ ਭਾਈਚਾਰਾ ਆਲਮੋਸਟ 33-34% ਸਾਡੀ ਜਿਹੜੀ ਹੈਗੀ ਆ ਆਬਾਦੀ ਦਾ ਹਿੱਸਾ ਹੈ। ਉਹਨੂੰ ਤੁਸੀਂ ਕਿਸ ਪਾਸੇ ਵੱਲ ਰੱਖੋਗੇ? ਜਿਹੜੀ ਗੈਰ ਕਿਸਾਨੀ ਹੈਗੀ ਆ, ਜਿਹੜਾ ਕਿ ਪਿਛਲੇ ਸਮੇਂ 'ਚ ਕਿਸਾਨ ਜਥੇਬੰਦੀਆਂ ਨੇ ਖਾਸ ਕਰਕੇ ਇੱਕ ਦੋ ਜਥੇਬੰਦੀਆਂ ਨੇ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਨਾਲ ਜੋੜਿਆ ਜਾਵੇ, ਪਰ ਹੁਣ ਕਿਸਾਨ ਵੀ ਤੁਸੀਂ ਦੇਖੋ ਵੀ ਆਪਸ ਵਿੱਚ ਵੰਡੇ ਆ ਰਾਜਨੀਤਿਕ ਬਣਾ ਕੇ ਬੈਠੇ। ਉਹਦੇ ਵਿੱਚੋਂ ਇਹ ਵੀ ਪਤਾ ਲੱਗਾ ਵੀ ਕੁਝ ਕਿਸਾਨ ਜਿਹੜੇ ਹੈਗੇ ਆ ਜਥੇਬੰਦੀਆਂ, ਮੈਂ ਤਾਂ ਪੜ੍ਹਿਆ ਹੀ ਆ ਵੀ ਉਹ ਉਹਨਾਂ ਦੀ ਗੇਮ ਹੀ ਖੇਡ ਰਹੇ ਆ। ਖਾਸ ਕਰਕੇ ਉਹ ਜਿਹੜੀ ਜਥੇਬੰਦੀ ਜਿਹੜੀ ਹੈਗੀਆਂ ਵਾ, ਇੱਕ ਦੋ ਜਥੇਬੰਦੀਆਂ ਨੇ ਆਪਣੇ ਆਪ ਨੂੰ ਪੋਲੀਟੀਕਲ ਕਹਿੰਦੇ ਆ। ਪੋਲੀਟੀਕਲ ਜਿਹੜੀਆਂ ਜਥੇਬੰਦੀਆਂ ਕਹਿੰਦੀਆਂ, ਉਹਦਾ ਸਿੱਧਾ ਜਿਹੜਾ ਮੇਰੀ ਜਿਹੜੀ ਸਮਝ ਹੈਗੀ ਆ, ਹੋ ਸਕਦਾ ਮੈਂ ਗਲਤ ਹੋਵਾਂ, ਉਹਦਾ ਸਿੱਧਾ ਸੰਬੰਧ ਜਿਹੜਾ ਹੈਗਾ ਵਾ ਉਹ ਇੱਕ ਰਾਜਸੀ ਧਿਰ ਦੇ ਨਾਲ ਆਉਂਦਾ ਵਾ। ਔਰ ਰਾਜਸੀ ਧਿਰ ਉਹ ਸਿੱਧੇ ਤੌਰ ਤੇ ਜਿਹੜੀ ਹੈ ਤਾਕਤਵਰ ਧਿਰ ਹੁੰਦੀ ਆ। ਤਾਂ ਇਕੱਲੀ ਕਿਸਾਨ ਜਥੇਬੰਦੀ ਤੇ ਆਸ ਰੱਖਣਾ ਜਾਂ ਉਹਨਾਂ ਨੂੰ ਇਹ ਜ਼ਿੰਮੇਵਾਰੀ ਦੇਣੀ ਕਿ ਇਹਨੂੰ ਰੋਕਿਆ ਜਾਊਗਾ। ਦਲਿਤ ਭਾਈਚਾਰਾ ਹੈਗਾ ਵਾ, ਹਿੰਦੂ ਭਾਈਚਾਰਾ ਹੈਗਾ ਵਾ, ਜਾਂ ਹੋਰ ਲੋਕ ਵੀ ਆ ਜਾਂਦੇ ਹੁੰਦੇ ਆ ਜਦੋਂ ਵੋਟਾਂ ਪੈਂਦੀਆਂ ਵਾ। ਵੋਟਿੰਗ ਬਿਹੇਵੀਅਰ ਦੇ ਵਿੱਚ ਬਹੁਤ ਸਾਰੇ ਐਲੀਮੈਂਟ ਜਿਹੜੇ ਆ ਉਹ ਕਾਊਂਟ ਕਰਦੇ ਆ, ਬਹੁਤ ਸਾਰੇ ਹੁੰਦੇ ਆ। ਇੱਦਾਂ ਦਾ ਵੀ ਕੁਝ ਨੌਨ ਸੀਰੀਅਸ ਐਲੀਮੈਂਟ ਆ ਜਾਂਦਾ, ਚਲੋ ਇਹਨਾਂ ਨੂੰ ਵੀ ਦੱਸਿਆ ਰਕਾ, ਇਹਨਾਂ ਨੂੰ ਵੀ ਮੌਕਾ ਦੇ ਕੇ ਵੇਖ ਲੈਂਦੇ ਆ। ਜਿਹੜੇ ਨੌਨ ਕਮਿਟਲ ਹੁੰਦੇ ਆ ਵੀ ਸਾਡਾ ਇਹਨਾਂ ਨੇ ਸਾਡਾ ਕੀ ਸਵਾਰਿਆ, ਉਹਨਾਂ ਸਾਡਾ ਕੀ ਸਵਾਰਿਆ, ਸਾਰੇ ਟੈਸਟਡ ਹੈਗੇ ਆ ਤੇ ਇਹਨਾਂ ਨੂੰ ਵੀ ਮੌਕਾ ਦੇ ਕੇ ਵੇਖ ਲਈਏ, ਹੋ ਸਕਦਾ ਇਹੀ ਕੋ ਕਰ ਸਕਣ। ਇਸ ਕਿਸਮ ਦੇ ਜਿਹੜੇ ਫੈਕਟਰਸ ਹੈਗੇ ਆ ਉਹ ਖਾਸ ਕਰਕੇ ਇਹੋ ਜਿਹੀ ਧਿਰ ਨੂੰ ਅਸੀਂ ਵਿਸ਼ ਤਾਂ ਸਾਰੇ ਕਰਦੇ ਹਾਂ। ਇਹ ਗੱਲ ਬਹੁਤ ਠੀਕ ਹੈਗੀ ਆ ਕਿ ਪੰਜਾਬ ਦੇ ਵਿੱਚ ਬੀਜੇਪੀ ਨੇ ਜੋ ਖੇਲਾ ਖੇਲਿਆ, ਇਹ ਕਿਸੇ ਸਮੇਂ ਦੇ ਵਿੱਚ ਹਰਿਆਣੇ 'ਚ ਵੀ ਇਹੀ ਗੱਲ ਸੋਚਦੇ ਹੁੰਦੇ ਸੀਗੇ
ਵੀ ਹਾਊ ਕਮ ਦੈਟ ਬੀਜੇਪੀ ਇੱਥੇ ਜਿਹੜੀ ਹੈਗੀ ਤਾਕਤਵਰ ਹੋ ਜੂਗੀ। ਯੂਪੀ ਦੇ ਵਿੱਚ ਇੰਨੀ ਕਾਸਟ 68 ਐਸਸੀ ਕਾਸਟ ਹੈਗੀਆਂ ਵਾ, ਓਬੀਸੀ ਬਹੁਤ ਪਾਵਰਫੁਲ ਹੈਗੀ ਆ, ਪਰ ਤੁਸੀਂ ਦੇਖੋ ਜਿਹੜੀ ਇਹਦੀ ਸੋਸ਼ਲ ਇੰਜੀਨੀਅਰਿੰਗ ਆ, ਬੀਜੇਪੀ ਕੋਲ ਸਾਧਨ ਹੈ, ਬੀਜੇਪੀ ਕੋਲ ਰਿਸੋਰਸਸ ਹੈਗੇ ਆ, ਬੀਜੇਪੀ ਜਿਹੜੀ ਸੋਸ਼ਲ ਇੰਜੀਨੀਅਰਿੰਗ ਜਿਸ ਕਿਸਮ ਦੀ ਕਰਦੀ ਆ ਜਾਂ ਜਿਸ ਤਰੀਕੇ ਦੇ ਨਾਲ ਲੋਕੀ ਦੂਸਰੇ ਪਾਰਟੀਆਂ ਤੋਂ ਸਤਾਏ ਹੋਏ ਆ, ਜੇ ਸਾਰੇ ਫੈਕਟਰਸ ਨੂੰ ਇਕੱਠਾ ਕੀਤਾ ਜਾਵੇ ਤੇ ਇਹਦਾ ਐਡਵਾਂਟੇਜ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਪਾਰਟੀ ਨੂੰ ਜਾ ਸਕਦਾ ਹੈ। ਮੈਂ ਨਹੀਂ ਕਹਿੰਦਾ ਵੀ ਚਲੇ ਜਾਊਗਾ, ਪੋਸੀਬਿਲਿਟੀ ਬਹੁਤ ਹੁੰਦੀ ਆ, ਕਿਉਂਕਿ ਰਾਜਨੀਤੀ ਜਿਹੜੀ ਹੈਗੀ ਹੈ ਸੰਭਾਵਨਾਵਾਂ ਦੀ ਖੇਲ ਹੈਗੀ ਆ। ਸਿੱਖੋ ਸਾਹਿਬ ਜੀ, ਸਿੱਖੋ ਸਾਹਿਬ ਪੋਸੀਬਿਲਿਟੀ ਦੀ ਗੱਲ ਆਈ ਭਾਜਪਾ ਦੀ, ਪੋਸੀਬਿਲਿਟੀ ਦੇ ਵਿੱਚ ਗੱਲਾਂ ਕਿਹੜੀ ਆਉਣਗੀਆਂ? ਜਿਵੇਂ ਇੱਕ ਗੱਲ ਤੁਸੀਂ ਹੀ ਜ਼ਿਕਰ ਕੀਤਾ ਕਿ ਪੰਜਾਬ ਦੇ ਲੋਕ ਇਹ ਗੱਲ ਸੋਚ ਲੈਣਗੇ ਵੀ ਅਸੀਂ ਸਾਰਿਆਂ ਨੂੰ ਮੌਕਾ ਦੇ ਕੇ ਦੇਖਿਆ, ਇੱਕ ਵਾਰ ਆਪਾਂ ਇਹਨਾਂ ਨੂੰ ਵੀ ਮੌਕਾ ਦੇ ਕੇ ਦੇਖ ਲੈਂਦੇ ਹਾਂ, ਭਾਜਪਾ ਨੂੰ ਅਸੀਂ ਇੱਕ ਵਾਰ, ਬੀਜੇਪੀ ਨੂੰ ਅਸੀਂ ਮੌਕਾ ਦੇ ਕੇ ਦੇਖ ਲੈਂਦੇ ਹਾਂ। ਕੀ ਇਸੇ ਗੱਲ ਦੇ ਆਧਾਰ ਦੇ ਉੱਤੇ ਜਾਂ ਕੁਝ ਹੋਰ ਕਿਹੜੀ ਗੱਲਾਂ ਹੋ ਸਕਦੀਆਂ ਨੇ ਕਿ ਪੰਜਾਬ ਦੇ ਸਿਆਸੀ ਮਨੋਚਿੱਤਰ ਉੱਤੇ ਭਾਜਪਾ ਉੱਭਰ ਆਵੇ? ਇਸੇ ਗੱਲ ਨੂੰ ਲੈ ਕੇ ਹੋ ਸਕਦਾ ਜਾਂ ਕੁਝ ਹੋਰ ਕੋਈ ਠੋਸ ਪਲੈਨਿੰਗ ਵੀ ਹੋਵੇ? ਤੁਸੀਂ ਦੇਖੋ ਬੀਜੇਪੀ ਦੇ ਲੀਡਰ ਹੁਣ ਪੰਜਾਬ ਦੇ ਸਭ ਤੋਂ ਸਮੱਸਿਆ ਗੈਂਗਸਟਰਿਜ਼ਮ ਦੀ ਹੈ, ਲਾ ਐਂਡ ਆਰਡਰ ਸੀਰੀਅਸ ਸਮੱਸਿਆ ਹੈਗੀ ਆ, ਔਰ ਇਸੇ ਤਰੀਕੇ ਦੇ ਨਾਲ ਜਿਹੜੀਆਂ ਖਾਸ ਕਰਕੇ ਲੋਕਾਂ ਦੀ ਜਿਹੜਾ ਖਾਸ ਕਰਕੇ ਸਭ ਤੋਂ ਵਿਅਕਤੀ ਨੂੰ ਸਭ ਤੋਂ ਜ਼ਰੂਰੀ ਆਪਣੀ ਉਹ ਹੁੰਦੀ ਆ, ਜਿਸ ਤਰੀਕੇ ਨਾਲ ਬੀਜੇਪੀ ਦੇ ਕੋਈ ਜ਼ਿੰਮੇਵਾਰ ਲੀਡਰ ਯੋਗੀ ਮਾਡਲ ਦੀ ਐਗਜ਼ਾਮਪਲ ਦੇ ਰਹੇ ਆ, ਜਾਂ ਜਿਸ ਤਰੀਕੇ ਨਾਲ ਕਹਿੰਦੇ ਆ ਕਿ ਇਹ ਇੱਥੇ ਇਦਾਂ ਖਤਮ ਨਹੀਂ ਹੋਣਾ, ਇਹ ਸੌਫਟ ਪਾਲਿਸੀ ਦੇ ਨਾਲ ਖਤਮ ਨਹੀਂ ਹੋਣਾ, ਤਾਂ ਮੈਨੂੰ ਲੱਗਦਾ ਕਿ ਇਹ ਇੱਕ ਆਪਣੇ ਆਪ ਦੇ ਵਿੱਚ ਉਹਦੇ ਵਿੱਚ ਇੱਕ ਬਸਾਤ ਜਿਹੜੀ ਵਿਛਾਉਣ ਦੀ ਇੱਕ ਜਿਹੜੀ ਹੈਗੀ ਸ਼ੁਰੂਆਤ ਹੋ ਗਈ। ਮੈਂ ਨਹੀਂ ਕਹਿੰਦਾ ਵੀ ਲੋਕੀ ਉਹਨੂੰ ਐਕਸੈਪਟ ਕਰ ਰਹੇ ਆ ਜਾਂ ਲੋਕੀ ਉਹਨੂੰ ਐਕਸੈਪਟ ਜਿਹੜਾ ਹੈਗਾ ਵਾ ਇੱਕਦਮ ਉਹਨਾਂ ਨੇ ਮੰਨ ਲਿਆ। ਹਾਲਾਤ 2 3 4 ਸਾਲ ਤੱਕ ਦਿਨੋਂ ਦਿਨ 50% ਏਰੀਆ BSF ਦੇ ਕੋਲ ਹੈਗਾ। ਅਸੀਂ ਕਹਿੰਦੇ ਹਾਂ BSF ਦੀ ਜ਼ਿੰਮੇਵਾਰੀ ਹੈਗੀ ਆ, BSF ਵਾਲੇ ਕਹਿੰਦੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਆ। ਤੇ ਜਦੋਂ ਉਹ ਵੇਖੋ ਇਹ ਆ ਸਮਾਂ ਪ੍ਰੋਪੇਗੰਡੇ ਦਾ ਹੈ ਕਿ ਪ੍ਰੋਪੇਗੰਡੇ ਦੇ ਵਿੱਚ ਇਹਨਾਂ ਦਾ ਕੋਈ ਸਾਨੀ ਨਹੀਂ ਹੈ। ਜੇ ਇਹੀ ਕਹਿ ਦੇਣ ਭਾਈ ਅਸੀਂ ਇਹ ਸਾਰੀ ਜ਼ਿੰਮੇਵਾਰੀ ਲੈਂਦੇ ਹਾਂ ਕਿ ਇਹ ਜ਼ਿੰਮੇਵਾਰੀ ਪੰਜਾਬ ਦੇ ਵਿੱਚ ਜਿਹੜੀ ਖਾਸ ਕਰਕੇ ਲਾ ਐਂਡ ਆਰਡਰ ਦੀ ਆਪਾਂ ਗੱਲ ਕਰਦੇ ਹਾਂ, ਜਾਂ ਪੰਜਾਬ ਦੇ ਵਿੱਚ ਜਿਸ ਕਿਸਮ ਦਾ ਸਾਰਾ ਜਿਹੜਾ ਮਾਰ ਕਾਟ ਚੱਲਣ ਦੀ ਉਹਦੀ ਗੱਲ ਕਰਦੇ ਹਾਂ, ਜਾਂ ਤੁਸੀਂ ਦੇਖਿਆ ਹੋਣਾ ਪਿਛਲੇ ਸਮੇਂ ਦੇ ਵਿੱਚ ਇੱਕ ਨਵਾਂ ਏਜੰਡਾ ਆ ਗਿਆ ਕਿ ਪੰਜਾਬ ਦਾ ਇੰਡਸਟਰੀਅਲਿਸਟ ਜਿਹੜਾ ਉਹ ਯੂਪੀ ਵਾਲੇ ਪਾਸੇ ਜਾ ਰਿਹਾ। ਇਹ ਉਸੇ ਪ੍ਰੋਪੇਗੰਡੇ ਦਾ ਹਿੱਸਾ ਵਾ ਕਿ ਯੂਪੀ ਸਟੇਟ ਜਿਹੜੀ ਹੈਗੀ ਆ ਕੋਈ ਮਾਡਲ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਕਿ ਉਹਦੇ ਵਿੱਚ ਲਾ ਐਂਡ ਆਰਡਰ ਨੂੰ ਸਟੈਬਲਿਸ਼ ਕਰਨ ਵਾਸਤੇ ਇਹੀ ਤਰੀਕਾ ਕੰਮ ਕਰਦਾ। ਸਾਨੂੰ ਇੱਕ ਬਹੁਤ ਸੋਲਿਡ ਲੀਡਰਸ਼ਿਪ ਦੀ ਲੋੜ ਆ। ਹੌਲੀ ਹੌਲੀ ਇਹ ਫੀਡ ਕਰਦੇ ਆ। ਬੜੀ ਪੁਰਾਣੀ ਕਹਾਵਤ ਹੈਗੀ ਆ ਕਿ ਇੱਕ ਬੰਦਾ ਕੋਈ ਲੇਲਾ ਵੇਚਣ ਜਾ ਰਿਹਾ ਸੀ ਮਾਰਕੀਟ ਦੇ ਵਿੱਚ ਤੇ 5-7 ਠੱਗ ਰਾਜ ਖੜੇ ਸੀਗੇ। ਪਹਿਲੇ ਨੇ ਕਿਹਾ ਵੀ ਤੂੰ ਗਧਾ ਚੁੱਕੀ ਫਿਰਦਾ, ਅਗਲੇ ਨੇ ਕਿਹਾ ਗਧਾ ਚੁੱਕੀ ਫਿਰਦਾ। ਜਦੋਂ ਪੰਜਵੇਂ ਤੱਕ ਗਿਆ ਤਾਂ ਉਹਨੇ ਲੇਲੇ ਨੂੰ ਚੁੱਕ ਕੇ ਜ਼ਮੀਨ ਤੇ ਥੱਲੇ ਮਾਰਤਾ ਵੀ ਹੋ ਸਕਦਾ ਮੈਂ ਗਧਾ ਹੀ ਚੁੱਕੀ ਫਿਰਦਾ। ਤੋ ਇਹ ਜਿਹੜਾ ਇਸ ਕਿਸਮ ਦਾ ਪ੍ਰੋਪੇਗੰਡਾ ਹੈ, ਇਸ ਕਿਸਮ ਦੀ ਜਿਹੜੀ ਇਨਫੋਰਮੇਸ਼ਨ ਹੈ, ਬੀਜੇਪੀ ਕੋਲ ਸਾਰੇ ਸਾਧਨ ਆ। ਮੈਂ ਨਹੀਂ ਕਹਿੰਦਾ, ਮੈਂ ਮੰਨਦਾ ਹਾਂ ਔਰ ਬੀਜੇਪੀ ਨੂੰ ਪਤਾ ਹੈ ਕਿ ਇਹ ਲਾਸਟ ਬਸਤੀਆਂ ਹੈ। ਇਹ ਗੱਲ ਠੀਕ ਹੈ ਕਿ ਬੀਜੇਪੀ ਹੋਰ ਸਟੇਟਾਂ 'ਚ ਕਮਜ਼ੋਰ ਹੋ ਰਹੀ ਆ। ਇਹ ਗੱਲ ਬਿਲਕੁਲ ਠੀਕ ਹੈ ਕਿ ਬੀਜੇਪੀ ਨੂੰ ਹੋ ਸਕਦਾ 2019 ਦੇ ਵਿੱਚ ਜਿਹੜਾ ਰਿਸਪੌਂਸ ਮਿਲਿਆ 2024 ਦੇ ਵਿੱਚ ਨਾ ਮਿਲੇ, ਜਿਸ ਤਰੀਕੇ ਦੇ ਨਾਲ ਬਿਹਾਰ ਦੇ ਵਿੱਚ ਜਾਂ ਜਿਸ ਤਰੀਕੇ ਨਾਲ ਹੋਰ ਸਟੇਟਾਂ ਦੇ ਵਿੱਚ ਜਾਂ ਜਿਸ ਤਰੀਕੇ ਨਾਲ ਕਾਂਗਰਸ ਦੇ ਵਿੱਚ ਆਈਡੀਆ ਆਫ ਕਾਂਗਰਸ ਜਿਹੜਾ ਰਾਹੁਲ ਗਾਂਧੀ ਦੀ ਯਾਤਰਾ ਦੇ ਨਾਲ ਆ ਰਿਹਾ ਹੈਗਾ, ਜਾਂ ਜਿਸ ਤਰੀਕੇ ਦੇ ਨਾਲ ਅਪੋਜੀਸ਼ਨ ਜਿੱਥੇ ਕ੍ਰਾਈਸਿਸ ਵੱਧ ਰਿਹਾ, ਬੇਰੁਜ਼ਗਾਰੀ ਵੱਧ ਰਹੀ ਆ ਜਾਂ ਹੋਰ ਚੀਜ਼ਾਂ ਵੱਧ ਰਹੀਆਂ, ਪਰ ਅਸੀਂ ਦੇਖਿਆ ਕਿ ਅਲਟੀਮੇਟਲੀ ਇਹ ਬੇਰੁਜ਼ਗਾਰੀ ਹੈ, ਮਹਿੰਗਾਈ, ਇਹ ਸਾਰਾ ਕੁਝ ਜਿਹੜਾ ਹੈਗਾ ਵਾ ਜਦੋਂ ਵੋਟਾਂ ਦਾ ਸਮਾਂ ਆਉਂਦਾ ਵਾ ਉਦੋਂ ਇਹ ਏਡਾ ਵੱਡਾ ਏਜੰਡਾ ਨਹੀਂ ਬਣਦਾ। ਉਹਦੇ ਵਾਸਤੇ ਇਹਦਾ ਕਾਊਂਟਰ ਨਰੇਟਿਵ ਵਾਸਤੇ ਜੇ ਤਾਂ ਸਾਰੇ ਇਕੱਠੇ ਹੁੰਦੇ ਆ ਫੋਰਸ ਬਣਦੀ ਆ। ਪਰ ਦੂਸਰਾ ਪਾਸਾ ਇਹ ਵੀ ਤੁਸੀਂ ਦੇਖੋ ਵੀ ਆਪੋਜੀਸ਼ਨ ਕਿੱਦਾਂ ਡਿਵਾਈਡਡ ਆ। ਆਮ ਆਦਮੀ ਪਾਰਟੀ ਆਪਣੇ ਤੌਰ ਤੇ ਕਹੀ ਜਾਂਦੀ ਆ, ਅਕਾਲੀ ਦਲ, ਕਾਂਗਰਸ, ਕੁਝ ਲੋਕ ਇਹਦੇ ਇਕੱਠੇ ਹੋ ਜਾਣਗੇ। ਮੈਨੂੰ ਤੇ ਇਹਦੀ ਪੋਸੀਬਿਲਿਟੀ ਨਹੀਂ ਲੱਗਦੀ। 1957 ਦੇ ਵਿੱਚ ਇਕੱਠੇ ਹੋਏ ਸੀ ਪਰ ਉਸ ਕਿਸਮ ਦੀ ਲੀਡਰਸ਼ਿਪ ਨਹੀਂ ਹੈਗੀ। ਅਕਾਲੀ ਦਲ ਮੈਨੂੰ ਅਜੇ ਵੀ ਲੱਗਦਾ ਹੈ ਕਿ ਅਕਾਲੀ ਦਲ ਅਜੇ ਵੀ ਬੀਜੇਪੀ ਦੀ ਸ਼ਰਨ ਦੇ ਵਿੱਚ ਜਾਣ ਨੂੰ ਤਿਆਰ ਆ। ਸਿੱਖੋ ਸਾਹਿਬ ਮੈਂ ਜੀ ਇਸੇ ਗੱਲ ਤੇ ਮੈਂ ਅੱਗੇ ਆਉਣਾ ਸੀ। ਫਿਰ ਆਪਾਂ ਜੇਕਰ ਇਸ ਗੱਲ ਨੂੰ ਇੱਕ ਤਰੀਕੇ ਨਾਲ ਮੰਨ ਲਈਏ, ਕਾਮਯਾਬ ਹੋਣ ਦੇ ਰਾਹ ਉੱਤੇ ਵੱਧਦੀ ਹੈ ਭਾਜਪਾ। ਚੋਣ ਅਲੱਗ ਲਾ ਲਓ, ਇੱਕ ਮਾਸ ਆਰਗੇਨਾਈਜੇਸ਼ਨ ਖੜੀ ਕਰ ਲੈਂਦੀ ਹੈ ਪੰਜਾਬ ਦੇ ਵਿੱਚ ਵੱਡੇ ਲੈਵਲ ਤੇ। ਉਹਦੇ 'ਚ ਚਲੋ ਠੀਕ ਹੈ ਵੀ ਧਾਰਮਿਕ ਸ਼ਖਸੀਅਤਾਂ ਵੀ ਨਾਲ ਆ ਜਾਣਗੀਆਂ, ਪੋਲੀਟੀਕਲ ਬੰਦੇ ਵੀ ਆ ਜਾਣਗੇ, ਅਕਾਲੀਆਂ 'ਚੋਂ ਆ ਜਾਣਗੇ, ਆਪ 'ਚੋਂ ਆ ਜਾਣਗੇ, ਕਾਂਗਰਸ ਦੇ ਵਿੱਚੋਂ ਜਾ ਹੀ ਰਹੇ ਨੇ। ਤਾਂ ਫਿਰ ਜੇਕਰ ਮਜ਼ਬੂਤ ਹੁੰਦੀ ਦਿਖਦੀ ਹੈ ਪੰਜਾਬ ਦੇ ਵਿੱਚ ਸਿਆਸੀ ਖੇਮਿਆਂ ਦੇ ਵਿੱਚ, ਤਾਂ ਨਾਲ ਜੁੜਨ ਵਾਲੇ ਲੋਕ ਵੀ ਤਾਂ ਹੋਣਗੇ। ਅਕਾਲੀ ਦਲ, ਹਾਲਾਂਕਿ ਇੱਕ ਲੀਡਰ ਨੇ ਸਿਕੰਦਰ ਸਿੰਘ ਆਪਣੇ ਮਲੂਕਾ ਸਾਹਿਬ ਹੈਗੇ ਨੇ, ਉਹਨਾਂ ਦੀ ਇੱਕ ਸਟੇਟਮੈਂਟ ਵੀ ਆਈ ਸੀ
ਇਸ ਤੋਂ ਇਲਾਵਾ ਛੋਟੇ-ਛੋਟੇ ਗਰੁੱਪ ਹੋਰ ਵੀ ਹੈਗੇ ਨੇ ਪੰਜਾਬ ਦੇ ਵਿੱਚ ਪੋਲੀਟੀਕਲ, ਉਹ ਫਿਰ ਨਾਲ ਵੀ ਤਾਂ ਜਾਣ ਦੀ ਕੋਸ਼ਿਸ਼ ਕਰਨਗੇ, ਜਿਸ ਨੂੰ ਆਪਾਂ ਅਲਾਈਅੰਸ ਕਹਿੰਦੇ ਆ, ਨਾਲ ਵੀ ਜੁੜਨਗੇ ਫਿਰ ਉਹ। 67 ਤੋਂ ਇਹ ਜਿਹੜਾ ਹੈਗਾ ਅਕਾਲੀ ਦਲ ਦੇ ਨਾਲ ਇਹਨਾਂ ਨੇ ਵੱਖਰੇ ਵੱਖਰੇ ਰੂਪ ਦੇ ਵਿੱਚ ਇਹ ਜਿਹੜਾ ਇਹਨਾਂ ਦਾ ਅਲਾਇੰਸ ਚੱਲਦਾ ਰਿਹਾ ਹੈ। ਇਹ ਗੱਲ ਠੀਕ ਹੈਗੀ ਆ ਕਿ ਮੈਂ ਫਿਰ ਕਹਿਣਾ ਵਾ, ਕਿਉਂਕਿ ਕਾਂਗਰਸ ਜਿਹੜੀ ਸੀਗੀ ਉਹ ਸਭ ਨੂੰ ਸਪੇਸ ਦਿੰਦੀ ਸੀ, ਅਰਬਨ ਵੀ ਹੁੰਦੀ ਸੀਗੀ, ਰੂਰਲ ਵੀ ਹੁੰਦੀ ਸੀ। ਜਦੋਂ ਕਾਂਗਰਸ ਤਾਕਤ ਤੋਂ ਬਾਹਰ ਜਾਂਦੀ ਸੀ ਤੇ ਬੀਜੇਪੀ ਨੂੰ ਸ਼ਹਿਰੀ ਲੋਕੀ ਵੋਟਾਂ ਪਾ ਦਿੰਦੇ ਸੀਗੇ, ਜਦੋਂ ਬੀਜੇਪੀ ਨੂੰ ਨਹੀਂ ਵੋਟਾਂ ਪਾਉਂਦੇ ਸੀ ਉਦੋਂ ਵੋਟਾਂ ਕਾਂਗਰਸ ਨੂੰ ਪਾ ਦਿੰਦੇ ਸੀਗੇ। ਹੁਣ ਜੇ ਕਾਂਗਰਸ ਤਕੜੀ ਹੁੰਦੀ ਆ, ਧਿਰ ਬਣਦੀ ਆ, ਫਿਰ ਗੱਲ ਹੋਰ ਹੁੰਦੀ ਆ। ਜੇ ਕਾਂਗਰਸ ਧਿਰ ਨਹੀਂ ਬਣਦੀ, ਕਾਂਗਰਸ ਖਿਲਰੀ ਰਹਿੰਦੀ ਆ, ਉਹ ਵੰਡੀ ਰਹਿੰਦੀ ਆ, ਔਰ ਜਿਸ ਤਰੀਕੇ ਨਾਲ ਕਾਂਗਰਸ ਦੇ ਵਿੱਚ ਧੜੇਬੰਦੀ ਤਾਂ ਜੱਗ ਜਾਰ ਹੈਗੀ ਆ, ਤਾਂ ਫਿਰ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਵਾ ਇਹ ਉਹਨਾਂ ਲਈ ਇੱਕ ਗਰਾਊਂਡ ਤਿਆਰ ਕਰ ਰਹੇ ਆ, ਔਰ ਤਿਆਰ ਮੈਨੂੰ ਤਾਂ ਲੱਗਦਾ ਕਿ ਤਿਆਰ ਹੋਗੀ, ਕਿਉਂਕਿ 2024 ਤੁਸੀਂ ਦੇਖਿਓ ਜਿਹੜੇ ਐਕਸਪੈਰੀਮੈਂਟ ਇਹ ਕਰਨਗੇ ਖਾਸ ਕਰਕੇ ਪਾਰਲੀਮੈਂਟ ਦੇ ਵਿੱਚ, ਤੇ ਉਹਦੇ ਵਿੱਚ ਇਹ ਸਾਨੂੰ ਸਾਰੀ ਜਿਹੜੀ ਆ ਖੇਲ ਸਾਹਮਣੇ ਆਊਗਾ। ਹਾਂ, ਇਹ ਜ਼ਰੂਰ ਹੈਗਾ ਕਿ ਅਕਾਲੀ ਦਲ ਦੀ ਹੁਣ ਉਹ ਬਾਰਗੇਨਿੰਗ ਪੋਜੀਸ਼ਨ ਨਹੀਂ ਰਹੀ ਜਿਹੜੀ ਪਹਿਲਾਂ ਹੁੰਦੀ ਸੀਗੀ। 3 ਸੀਟਾਂ ਦਿੰਦੇ ਸੀ ਪਾਰਲੀਮੈਂਟ ਦੀਆਂ, 23 ਸੀਟਾਂ ਦਿੰਦੇ ਸੀ ਲੈਜਿਸਲੇਟਿਵ ਅਸੈਂਬਲੀ ਦੀਆਂ। ਤੁਸੀਂ ਮਲੂਕਾ ਸਾਹਿਬ ਦਾ ਜ਼ਿਕਰ ਕੀਤਾ, ਉਹਨਾਂ ਸਟੇਟਮੈਂਟ ਦੇ ਦਿੱਤੀ। ਮਲੂਕਾ ਸਾਹਿਬ ਬਹੁਤ ਸੀਨੀਅਰ ਬੰਦੇ ਹੈਗੇ ਆ, ਔਰ ਇਹਨਾਂ ਦੇ ਮੇਰੇ ਖਿਆਲ ਕਮੇਟੀਆਂ ਦੇ ਕੋਈ ਚੇਅਰਮੈਨ ਵੀ ਹੈਗੇ ਆ, ਜੇ ਉਹ ਸਟੇਟਮੈਂਟ ਇਦਾਂ ਦੀ ਦਿੰਦੇ ਹੈਗੇ ਆ। ਦੂਸਰੀ ਗੱਲ ਹੈਗੀ ਕਿ ਮੈਨੂੰ ਨਹੀਂ ਲੱਗਦਾ, ਹੋ ਸਕਦਾ ਮੈਂ ਗਲਤ ਹੋਵਾਂ, ਕਿ ਇਸ ਵੇਲੇ ਅਕਾਲੀ ਦਲ ਦੇ ਕੋਲ ਉਹ ਲੀਡਰਸ਼ਿਪ ਹੈਗੀ ਆ ਜਿਹੜੀ ਲੋਕਾਂ ਦੀ ਇਮੈਜੀਨੇਸ਼ਨ ਦਾ ਹਿੱਸਾ ਬਣਦੀ ਆ ਕਿ ਆਹ ਅਕਾਲੀ ਹੁੰਦੇ ਆ, ਆਹ ਲੀਡਰਸ਼ਿਪ ਹੁੰਦੀ ਆ। ਕਿਉਂਕਿ ਜਿਹੜੀ ਮੌਜੂਦਾ ਲੀਡਰਸ਼ਿਪ ਹੈਗੀ ਆ ਉਹਦਾ ਏਜੰਡਾ ਇੱਕ ਹੋਰ ਵਾ। ਉਹ ਏਜੰਡਾ ਜਿਹੜਾ ਹੈਗਾ ਵਾ ਉਹਦੇ ਵਿੱਚ ਸ਼ਾਇਦ ਜਿਹੜੇ ਆਮ ਸਧਾਰਨ ਜਨ ਸਧਾਰਨ ਹੈਗੇ ਆ, ਅਕਾਲੀ ਦਲ ਦੀ ਪਿੱਠ ਦੇ ਉੱਤੇ ਹਮੇਸ਼ਾ ਜਾਂ ਕਿਸਾਨ ਖੜੇ ਹੁੰਦੇ ਸੀਗੇ, ਪਿੰਡਾਂ ਦੇ ਲੋਕ ਖੜੇ ਹੁੰਦੇ ਸੀਗੇ, ਔਰ ਔਰਤਾਂ ਵੱਡੀ ਗਿਣਤੀ ਦੇ ਵਿੱਚ ਅਕਾਲੀ ਦਲ ਨੂੰ ਜਿਹੜਾ ਹੈਗਾ ਸਪੋਰਟ ਕਰਦੀ ਸੀਗੀ। ਔਰ ਜਿਸ ਕਿਸਮ ਦੀ ਇਹ ਲੀਡਰਸ਼ਿਪ ਹੈਗੀ ਆ, ਮੈਨੂੰ ਨਹੀਂ ਲੱਗਦਾ ਵੀ ਨਾ ਤਾਂ ਇਹ ਕਿਸਾਨਾਂ ਦੀ ਇਮੈਜੀਨੇਸ਼ਨ ਦਾ ਹਿੱਸਾ ਹੈਗੇ ਆ, ਨਾ ਪਿੰਡ ਦੇ ਵਿੱਚ ਹੀ ਲੱਗਦਾ ਕਿ ਕੋਈ ਬਹੁਤ ਵੱਡੀ ਧਿਰ ਹੈਗੀ ਆ। ਹਾਂ, ਸਾਰਾ ਕੁਝ ਹੋਣ ਦੇ ਬਾਵਜੂਦ ਵੀ ਇਹ ਸ਼ੁਰੂ ਕਰ ਸਕਦੇ ਆ ਨਵੀਂ ਬਿਗਨਿੰਗ, ਜੇ ਇਹ ਜਿਹੜਾ ਵੱਡਾ ਮੁੱਦਾ ਉੱਠਿਆ ਸੀਗਾ ਕਿ ਲੀਡਰਸ਼ਿਪ ਜਿਹੜੀ ਹੈਗੀ ਆ ਉਹਦੇ ਵਿੱਚ ਰੀਸਟਰਕਚਰਿੰਗ ਕਰਨ। ਵਾ ਦੇਖਿਆ ਪਹਿਲੇ ਸਮੇਂ ਦੇ ਵਿੱਚ ਇਸੇ ਮੁੱਦੇ ਨੂੰ ਲੈ ਕੇ ਹੋਰ ਲੋਕ ਵੀ ਛੱਡ ਕੇ ਚਲੇ ਗਏ ਆ, ਖਾਸ ਕਰਕੇ ਇੱਕ ਬਰਾੜ ਸਾਹਿਬ ਜਿਹੜੇ ਸੀਗੇ ਉਹ ਵੀ ਛੱਡ ਕੇ ਚਲੇ ਗਏ ਆ। ਡੀਮੋਰਲਾਈਜੇਸ਼ਨ ਹੈਗੀ ਆ, ਕਿਸੇ ਨੂੰ ਵੀ ਤੁਸੀਂ ਅਕਾਲੀ ਦਲ ਦੇ ਬਾਰੇ ਗੱਲ ਕਰੋ ਤੇ ਕੋਈ ਬਹੁਤ ਵੱਡਾ ਪੋਜ਼ਿਟਿਵ ਰਿਸਪੌਂਸ ਨਹੀਂ ਮਿਲਦਾ। ਇਸ ਕਰਕੇ ਇਸ ਪਾਰਟੀ ਨੂੰ ਇਹ ਕਿੱਦਾਂ ਆਪਣੇ ਆਪ ਨੂੰ ਰਿਵਾਈਵ ਕਰੂਗੀ। ਦੂਸਰੀ ਸਭ ਤੋਂ ਵੱਡੀ ਗੱਲ ਹੈਗੀ ਆ ਜੀ, ਇੱਕ ਇਸ ਵੇਲੇ ਜਿਹੜਾ ਜਿਸ ਹਾਲਾਤ 'ਚ ਅਸੀਂ ਨਿਕਲ ਰਹੇ ਆ, ਉੱਥੇ ਕੋਈ ਆਈਡੀਓਲੋਜੀਕਲ ਕਮਿਟਮੈਂਟ ਮਾਸਸ ਦੇ ਉੱਤੇ ਵੀ ਨਹੀਂ ਹੈਗੇ। ਉਹਦਾ ਕਾਰਨ ਇਹ ਹੈਗਾ ਕਿ ਫੰਕਸ਼ਨਲ ਕਿਸਮ ਦੀ ਵਿਚਾਰਧਾਰਾ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਗਈ ਆ। ਯੂਥ ਹੈਗੀ ਆ, ਤੇ ਯੂਥ ਜਿਹੜੀ ਹੈਗੀ ਉਹਨੂੰ ਇਹ ਨਹੀਂ ਕਹਿ ਸਕਦੇ ਵੀ ਤੁਸੀਂ ਉਹਨੂੰ ਲੰਮੇ ਸਮੇਂ ਤੱਕ ਧਿਰ ਬਣਾ ਕੇ ਰੱਖੋਗੇ। ਉਹਦੀ ਐਗਜ਼ਾਮਪਲ ਸਾਡੇ ਸਾਹਮਣੇ ਵੀ ਆ ਗਈ ਸੀ, ਸੰਗਰੂਰ ਦੀ ਇਲੈਕਸ਼ਨ 3 ਮਹੀਨਿਆਂ ਬਾਅਦ ਕਿੰਨੀ ਬੁਰੀ ਤਰੀਕੇ ਦੇ ਨਾਲ ਜਿਹੜੀ ਰੂਲਿੰਗ ਪਾਰਟੀ ਸੀਗੀ ਉਹ ਹਾਰ ਗਏ, ਔਰ ਉਹਦੇ ਤੋਂ ਬਾਅਦ ਕਿਸ ਕਿਸਮ ਦੀ ਔਕਵਰਡ ਸਿਚੁਏਸ਼ਨ ਦਾ ਉਹਨੂੰ ਫੇਸ ਕਰਨੀ ਪੈ ਗਈ। ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਇਸ ਵੇਲੇ ਅਸੀਂ ਬਹੁਤ ਕ੍ਰਾਸ ਰੋਡ ਦੇ ਉੱਤੇ ਆ। ਸਿਚੁਏਸ਼ਨ ਬਹੁਤ ਜਿਹੜੀ ਹੈਗੀ ਆ ਉਹਨੂੰ ਕਹਿ ਦਈਏ ਕਿ ਆਪਾਂ ਫਲਕਸ ਜੀ ਹੈਗੀ ਆ, ਜਾਂ ਬਹੁਤ ਜ਼ਿਆਦਾ ਉਹਦੇ ਵਿੱਚ ਹੈਗਾ, ਕਲੈਰਿਟੀ ਨਹੀਂ ਹੈਗੀ। ਕਿੱਦਾਂ ਲੋਕੀ ਰਿਸਪੌਂਡ ਕਰਨਗੇ? ਰਿਸਪੌਂਡ ਲੀਡਰਾਂ ਦੇ ਬਿਹੇਵੀਅਰ ਨੂੰ, ਲੀਡਰਾਂ ਦੇ ਉੱਤੇ ਜਿਹੜੀ ਉਹਨਾਂ ਦੀ ਕ੍ਰੈਡੀਬਿਲਿਟੀ ਹੈਗੀ ਆ, ਜਾਂ ਵਿਸ਼ਵਾਸ ਜਿਹੜਾ ਹੈਗਾ, ਜਾਂ ਖਾਸ ਕਰਕੇ ਰੂਲਿੰਗ ਪਾਰਟੀ ਦੀ ਤੇ ਇਹੀ ਹੈਗਾ ਵਾ। ਅੱਜ ਤੱਕ ਐਡਵਾਂਟੇਜ ਰੂਲਿੰਗ ਪਾਰਟੀ ਦਾ ਇਹ ਚਲੀ ਜਾਂਦਾ ਕਿ ਪਹਿਲੀਆਂ ਸਰਕਾਰਾਂ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਬਹੁਤ ਥੱਲੇ ਆ ਗਈਆਂ ਸੀਗੀਆਂ। ਇਹ ਜੇ ਥੋੜਾ ਬਹੁਤਾ ਵੀ ਕੰਮ ਕਰਦੇ ਆ ਤੇ ਆਮ ਤੌਰ ਤੇ ਥੱਲੜੇ ਪਾਸੇ ਤੱਕ ਲੋਕਾਂ ਦੀ ਸਿੰਪਥੀ ਅਜੇ ਇਹਨਾਂ ਦੇ ਨਾਲ ਬਣੀ ਆ, ਪਰ ਉਹ ਕੀ ਸਿੰਪਥੀ ਇਹਨਾਂ ਨੂੰ 2024 ਦੇ ਵਿੱਚ ਇਹਨਾਂ ਦਾ ਬੇੜੀ ਪਾਰ ਲਾਊਗੀ ਕਿ ਨਹੀਂ ਲਾਊਗੀ, ਉਹ ਤਾਂ ਆਉਣ ਵਾਲਾ ਸਮਾਂ ਜਿਹੜਾ ਉਹ ਹੀ ਦੱਸੂਗਾ। ਜੀ ਬਿਲਕੁਲ, ਸੇਖੋਂ ਸਾਹਿਬ ਬਹੁਤ ਬਹੁਤ ਸ਼ੁਕਰੀਆ ਜਾਣਕਾਰੀ ਸਾਂਝੀ ਕਰਨ ਦੇ ਲਈ, ਧੰਨਵਾਦ ਤੁਹਾਡਾ। ਥੈਂਕ ਯੂ ਜੀ ਦੋਸਤੋ, ਮੇਰੇ ਨਾਲ ਜੁੜੇ ਹੋ ਸੀ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਸਾਹਿਬ। ਸੇਖੋਂ ਸਾਹਿਬ ਤੋਂ ਅਸੀਂ ਪੰਜਾਬ ਦੀ ਬੀਜੇਪੀ ਦੇ ਵਿੱਚ ਕੀ ਸਥਿਤੀ ਉਹ ਸਮਝਣ ਦਾ ਯਤਨ ਕੀਤਾ। ਸਵਾਲ ਬਹੁਤ ਨੇ, ਸਮੇਂ-ਸਮੇਂ ਤੇ ਸੇਖੋਂ ਸਾਹਿਬ ਦੇ ਨਾਲ ਉਹ ਸਵਾਲ ਜਿਹੜੇ ਸਾਡੇ ਦਰਸ਼ਕਾਂ ਦੇ ਨੇ ਸਾਂਝੇ ਕਰਦੇ ਰਹਾਂਗੇ। ਸੋ ਨਵੀਆਂ ਗੱਲਾਂ ਸੇਖੋਂ ਸਾਹਿਬ ਹੋਰਾਂ ਤੋਂ ਜਾਣਦੇ ਰਹਾਂਗੇ। ਤੁਸੀਂ ਦੋਸਤੋ ਹਰ ਵਾਰ ਜਿਸ ਤਰ੍ਹਾਂ ਸਾਨੂੰ ਆਪਣੀ ਫੀਡਬੈਕ ਜਿਹੜੀ ਹੈਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਭੇਜੋ, ਤੇ ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕ ਨਾਲ ਪੰਜਾਬ। ਧੰਨਵਾਦ।